मैडम यूसीसी ਦਾ ਰੋਲਾ ਕੀ ਹੈ? ਇਹੋ ਜਿਹਾ ਕਾਨੂੰਨ ਬਣਾਉਣ ਦੀ ਗੱਲ ਮੋਦੀ ਸਾਹਿਬ ਨੇ ਕਰ ਦਿੱਤੀ ਹੈ ਕਿ ਸਭ ਧਰਮਾਂ ਦੇ ਲਈ, ਸਭ ਜਾਤੀਆਂ ਦੇ ਲਈ, ਸਭ ਵਰਗਾਂ ਦੇ ਲਈ ਇੱਕ ਹੀ ਕਾਨੂੰਨ ਹੋਵੇਗਾ। ਤੇ ਜਦੋਂ ਤੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਯੂਸੀਸੀ ਦਾ ਨਾਮ ਦੁਆਰਾ ਨਿਕਲਿਆ, ਉਸ ਟਾਈਮ ਤੋਂ ਇਹਦੇ ਤੇ ਰਾਜਨੀਤੀ ਜਿਹੜੀ ਆ ਉਹ ਗਰਮਾ ਗਈ। ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਦਾ ਜ਼ਿਕਰ ਕਰ ਦਿੱਤਾ ਔਰ ਹਮੇਸ਼ਾ ਹੀ ਐਸਾ ਦੇਖਿਆ ਵੀ ਜਾਂਦਾ ਕਿ ਭਾਜਪਾ ਜਿਹੜੀ ਆ ਉਹ ਇੱਕ ਜਾਤੀ ਨੂੰ, ਵਿਸ਼ੇਸ਼ ਨੂੰ ਲੈ ਕੇ ਹਮੇਸ਼ਾ ਹੀ ਟਾਰਗੇਟ ਕਰਦੀ ਹੈ ਔਰ ਮੁਸਲਿਮ ਉਹਨਾਂ ਦੇ ਵਿੱਚੋਂ ਇੱਕ ਹੈਗੇ ਆ। ਤੇ ਇਸ ਕਰਕੇ ਲੋਕਾਂ ਦੇ ਵਿੱਚ ਵਿਆਹ ਨੂੰ ਲੈ ਕੇ, ਤਲਾਕ ਨੂੰ ਲੈ ਕੇ, ਮਰਨ ਨੂੰ ਲੈ ਕੇ, ਬੱਚਾ ਗੋਦ ਲੈਣ ਲਈ ਜਾਂ ਫਿਰ ਪ੍ਰਾਪਰਟੀ ਨਾਮ ਕਰਨ ਲਈ, ਇਹ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਦੇ ਜਿਹੜੇ ਫੈਸਲੇ ਆ ਉਹ ਸੰਵਿਧਾਨ ਤੋਂ ਹਟ ਕੇ ਵੀ, ਸੰਵਿਧਾਨ ਵੀ ਸਾਨੂੰ ਇਹ ਆਜ਼ਾਦੀ ਦਿੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਸੁਵਿਧਾ ਦੇ ਅਨੁਸਾਰ ਕੋਈ ਵੀ ਧਰਮ ਅਸੀਂ ਅਪਣਾ ਸਕਦੇ ਹਾਂ। ਇਸ ਆਜ਼ਾਦੀ ਤੋਂ ਹਟ ਕੇ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ, ਇਸ ਕਰਕੇ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਆ। ਤੇ ਹਾਲੇ ਤੱਕ ਤੇ ਹਿੰਦੂਆਂ ਨੂੰ ਵੀ ਸਮਾਨਤਾ ਦਾ ਅਧਿਕਾਰ ਨਹੀਂ ਮਿਲਿਆ ਕਿ ਇਹਨਾਂ ਦੀਆਂ ਤਿੰਨ ਜਿਹੜੀਆਂ ਚੀਜ਼ਾਂ ਸੀਗੀਆਂ, ਤਿੰਨ ਜਿਹੜੇ ਵਾਅਦੇ ਸੀਗੇ, ਉਹਨਾਂ ਵਿੱਚੋਂ ਅਯੁੱਧਿਆ ਮੰਦਿਰ ਵੀ ਬਣ ਗਿਆ, ਜੰਮੂ ਕਸ਼ਮੀਰ ਵਿੱਚ 370 ਵੀ ਹਟ ਗਈ, ਤੇ ਸਿਰਫ ਔਰ ਸਿਰਫ ਇੱਕ ਹੀ ਗੱਲ ਰਹਿ ਗਈ ਆ। 75 ਸਾਲ ਹੋ ਗਏ ਨੇ ਆਜ਼ਾਦ ਹੋਏ, ਹਾਲੇ ਆਪਾਂ ਇਸੇ ਜੀ ਉਲਝੇ ਹੋਏ ਆ। ਤੇ ਸ਼ਾਇਦ ਇਹ ਪਾਰਟੀਆਂ ਚਾਹੁੰਦੀਆਂ ਹੀ ਨਹੀਂ ਕਿ ਇੱਕ ਵੋਟਰ ਐਜੂਕੇਟ ਹੋਵੇ, ਕਿ ਉਹ ਇਹਨਾਂ ਦੇ ਵਿੱਚ ਹੀ ਉਲਝਿਆ ਰਵੇ, ਕਿਉਂਕਿ ਜੇ ਉਹ ਐਜੂਕੇਟ ਹੋ ਗਿਆ ਤਾਂ ਫਿਰ ਤਾਂ ਰੋਜ਼ਗਾਰ ਮੰਗੇਗਾ, ਫਿਰ ਉਹ ਪੁੱਛੇਗਾ, ਉਹ ਸੂਬਾ ਸਰਕਾਰ ਨੂੰ ਵੀ ਪੁੱਛੇਗਾ, ਉਹ ਕੇਂਦਰ ਸਰਕਾਰ ਨੂੰ ਵੀ ਪੁੱਛੇਗਾ ਕਿ ਰੋਜ਼ਗਾਰ ਤਾਂ ਦੱਸੋ ਕਿਵੇਂ ਮਿਲੂਗਾ। ਰਾਜਨੀਤਿਕ ਦਲ ਜਿਹੜੇ ਆ ਉਹਨਾਂ ਨੂੰ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਕਿ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ, ਔਰ ਉਹਨਾਂ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਲੱਗਦਾ ਕਿ ਅਸੀਂ ਹਿੰਦੂ ਮੁਸਲਮਾਨ ਦੇ ਨਾਮ ਤੇ ਲੋਕਾਂ ਦੇ ਵਿੱਚ ਪਾੜਾ ਵਧਾਵਾਂਗੇ, ਲੋਕਾਂ ਦੇ ਵਿੱਚ ਵਿਤਕਰਾ ਉਹਨਾਂ ਦੇ ਵਿੱਚ ਦੂਰੀਆਂ ਵਧਾ ਦੇਵਾਂਗੇ ਤਾਂ ਉਹ ਸਾਨੂੰ ਫਾਇਦਾ ਦੇਵੇਗਾ। ਹੁਣ ਵੋਟਰ ਵਾਕਈ ਹਾਲੇ ਵੀ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਵੋਟਰ ਦਾ ਬਿਹੇਵੀਅਰ ਬਦਲਦਾ, ਕਿਉਂਕਿ ਐਜੂਕੇਟ ਹੋ ਰਿਹਾ, ਲੋਕਾਂ ਨਾਲ ਜੁੜੇ ਹੋਏ ਮੁੱਦੇ ਚੱਕਣੇ ਚਾਹੀਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ, ਪੁੱਛਣ ਜਾ ਕੇ ਕਿ ਅੱਜ ਰਸੋਈ ਦੇ ਵਿੱਚ ਜਿਹੜਾ ਸਿਲੰਡਰ ਫ੍ਰੀ ਦੇ ਰਹੇ ਸੀ, ਕਿ ਇੱਕ ਸਿਲੰਡਰ ਆਮ ਗਰੀਬ ਬੰਦੇ ਤੋਂ ਸਿਲੰਡਰ ਭਰਵਾਇਆ ਜਾ ਰਿਹਾ। ਅੱਜ ਇੱਕ ਆਮ ਰਸੋਈ ਦੇ ਵਿੱਚ ਕਿੰਨਾ ਔਖਾ ਹੋ ਗਿਆ ਇੱਕ ਫੁਲਕਾ ਬਣਾਉਣਾ, ਇੱਕ ਆਮ ਬੰਦੇ ਵਾਸਤੇ ਰਸੋਈ ਕਿੰਨੀ ਔਖੀ ਹੋ ਗਈ ਹੈ। ਸਾਡੀ ਸਰਕਾਰ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ, ਤੇ ਇਹ ਚੀਜ਼ਾਂ ਲੋਕ ਇਹਨਾਂ ਦਾ ਫਾਇਦਾ ਨਹੀਂ ਉਠਾ ਪਾਉਂਦੇ, ਕਿਉਂਕਿ ਇਹਨਾਂ ਨੂੰ ਮੈਨੇਜ ਕਰਨਾ ਲੋਕਾਂ ਵਾਸਤੇ ਮੁਸ਼ਕਿਲ ਹੋ ਜਾਂਦਾ। ਲੋਕਾਂ ਨੇ ਕਿਹਾ ਕਿ ਸਾਨੂੰ ਦਾਲ, ਚਾਵਲ ਔਰ ਆਟਾ ਮਿਲ ਰਿਹਾ, ਕਣਕ ਮਿਲ ਰਹੀ ਆ, ਕਿ ਸਾਨੂੰ ਕੀ ਜ਼ਰੂਰਤ ਹੈ ਕਮਾਈ ਕਰਨ ਦੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਆਉਂਦਾ ਵੇ। ਜੀ ਹਾਂ, ਨਜ਼ਰ ਸਾਡੀ ਅੱਜ ਯੂਸੀਸੀ ਤੇ ਰਹੇਗੀ, ਯਾਨੀ ਕਿ ਯੂਨੀਫਾਰਮ ਸਿਵਲ ਕੋਡ। ਆਖਰ ਇਹ ਹੈ ਕੀ? ਕਿਉਂਕਿ ਮੰਗਲਵਾਰ ਜਦੋਂ ਪ੍ਰਧਾਨ ਮੰਤਰੀ ਰੈਲੀ ਕਰਦੇ ਨੇ, ਆਪਦੇ ਬੂਥ, ਭਾਜਪਾ ਦੇ ਜਿਹੜੇ ਬੂਥ ਕਾਰਜਕਰਤਾ ਹੁੰਦੇ ਨੇ, ਉਹਨਾਂ ਨੂੰ ਭੋਪਾਲ ਦੇ ਵਿੱਚ ਸੰਬੋਧਿਤ ਕਰ ਰਹੇ ਹੁੰਦੇ ਨੇ। ਉੱਥੋਂ ਯੂਸੀਸੀ ਚਰਚਾ ਚਾਹੁੰਦਾ, ਯੂਸੀਸੀ ਨੂੰ ਲੈ ਕੇ ਸਿਆਸਤ ਵੀ ਗਰਮਾ ਜਾਂਦੀ ਹੈ, ਬਿਆਨਬਾਜ਼ੀਆਂ ਹੋ ਰਹੀਆਂ ਕੱਲ੍ਹ ਦੀਆਂ। ਪਰ ਆਮ ਲੋਕ, ਆਮ ਜਿਹੜਾ ਪੰਜਾਬੀ ਇਸ ਟਾਈਮ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯੂਸੀਸੀ ਹੈ ਕੀ ਇਹ ਵਾਕਈ ਕੋਈ ਬਹੁਤ ਵੱਡਾ ਮੁੱਦਾ ਹੈ, ਕਿਉਂਕਿ ਇਸ ਤੇ ਸਿਆਸਤ ਹੋਣ ਲੱਗ ਗਈ ਹੈ। ਇਸੇ ਦੇ ਚਰਚਾ ਕਰਾਂਗੇ ਤੇ ਮੇਰੇ ਨਾਲ ਯੂਸੀਸੀ ਨੂੰ ਲੈ ਕੇ ਹੀ, ਕੀ ਯੂਸੀਸੀ ਹੈ ਤੇ ਇਸ ਤੇ ਸਿਆਸਤ ਕਿਉਂ ਭਖ ਰਹੀ ਹੈ, ਇਸ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਦਿੱਲੀ ਤੋਂ ਸੀਨੀਅਰ ਪੱਤਰਕਾਰ ਨੇ ਸਾਡੇ ਅਮਨਪ੍ਰੀਤ ਕੌਰ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਅਮਨ ਜੀ। ਮੈਡਮ, ਯੂਸੀਸੀ ਦਾ ਰੋਲਾ ਕੀ ਹੈ? ਪਹਿਲਾਂ ਤਾਂ ਦੱਸੋ ਕਿ ਯੂਸੀਸੀ ਹੈ ਕੀ, ਫਿਰ ਉਸ ਤੋਂ ਬਾਅਦ ਆਪਾਂ ਆਵਾਂਗੇ ਵੀ ਇਸ ਤੇ ਸਿਆਸਤ ਕਿਉਂ ਹੋ ਰਹੀ ਹੈ ਜੀ। देखिए, यूसीसी ਦਾ ਮਤਲਬ ਅਗਰ ਸਮਝ ਲਈਏ ਅਸੀਂ ਤੇ ਯੂਨੀਫਾਰਮ ਸਿਵਲ ਕੋਡ, ਇਹਦਾ ਮਤਲਬ ਹੈ ਕਿ ਸਮਾਨ ਜਿਹੜੀ ਨਾਗਰਿਕ ਸਹਾਇਤਾ ਆ ਉਹ ਆ। ਇਹਦਾ ਇੱਕ ਇਹੋ ਜਿਹਾ ਕਾਨੂੰਨ ਬਣਾਉਣ ਦੀ ਗੱਲ ਮੋਦੀ ਸਾਹਿਬ ਨੇ ਕਰ ਦਿੱਤੀ ਹੈ ਕਿ ਸਭ ਧਰਮਾਂ ਦੇ ਲਈ, ਸਭ ਜਾਤੀਆਂ ਦੇ ਲਈ, ਸਭ ਵਰਗਾਂ ਦੇ ਲਈ ਇੱਕ ਹੀ ਕਾਨੂੰਨ ਹੋਵੇਗਾ। ਇਹਦਾ ਹਿੰਟ ਉਹਨਾਂ ਨੇ ਕੱਲ ਦਿੱਤਾ ਭੋਪਾਲ, ਜਦੋਂ ਉਹ ਮੇਰਾ ਬੂਥ ਸਭਸੇ ਮਜ਼ਬੂਤ ਵਾਲੀ ਰੈਲੀ ਨੂੰ ਸੰਬੋਧਿਤ ਕਰ ਰਹੇ ਸੀਗੇ, ਤਾਂ ਉਹਨਾਂ ਨੇ ਯੂਸੀਸੀ ਦਾ ਜ਼ਿਕਰ ਕੀਤਾ। ਔਰ ਜਦੋਂ ਤੋਂ, ਕਿਉਂਕਿ ਦੇਸ਼ ਦੇ ਮੁਖੀਆ ਨੇ ਉਹ, ਤੇ ਜਦੋਂ ਤੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਯੂਸੀਸੀ ਦਾ ਨਾਮ ਦੁਆਰਾ ਨਿਕਲਿਆ, ਉਸ ਟਾਈਮ ਤੋਂ ਇਹਦੇ ਤੇ ਰਾਜਨੀਤੀ ਜਿਹੜੀ ਆ ਉਹ ਗਰਮਾ ਗਈ ਹੈ। ਦੇਖੋ ਸੁਰਿੰਦਰ ਜੀ, ਅਗਰ ਅਸੀਂ ਗੱਲ ਕਰੀਏ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਸੀਗਾ ਕਿ ਯੂਸੀਸੀ ਦਾ ਜ਼ਿਕਰ ਆਇਆ। ਇਹ ਬਹੁਤ ਪਹਿਲਾਂ ਤੋਂ ਹੀ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ, ਉਹਦੇ ਵਿੱਚ ਜਿਹੜੇ ਤਿੰਨ ਮੇਨ ਮੁੱਦੇ ਰਹਿੰਦੇ ਆ, ਉਹਦੇ ਵਿੱਚੋਂ ਇੱਕ ਸੀਗਾ ਕਿ ਅਸੀਂ ਜੇਕੇ ਦੇ ਵਿੱਚ 370 ਹਟਾਵਾਂਗੇ, ਦੂਸਰਾ ਸੀਗਾ ਕਿ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਾਵਾਂਗੇ,
ਔਰ ਤੀਸਰਾ ਸੀਗਾ ਕਿ ਯੂਨੀਅਨ ਸਿਵਲ ਕੋਡ ਅਸੀਂ ਲਾਗੂ ਕਰਾਂਗੇ। ਹਾਲਾਂਕਿ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਹੈ ਕਿ ਇਹ ਮੁਸਲਮਾਨ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਭਲਾਈ ਵਾਸਤੇ ਆ, ਔਰ ਦੂਜੀ ਗੱਲ ਉਹਨਾਂ ਨੇ ਇਹ ਹਿੰਟ ਦਿੱਤਾ ਕਿ ਇਹਦੇ ਤੇ ਰਾਜਨੀਤੀ ਇਸ ਲਈ ਕਰੀ ਜਾ ਰਹੀ ਹੈ ਕਿ ਜਿਹੜੇ ਪਸਮੰਦਾ ਮੁਸਲਮਾਨ ਹੈਗੇ ਆ ਉਹਨਾਂ ਨੂੰ ਭਰਮਾਇਆ ਜਾ ਰਿਹਾ। ਭਰਮਾਉਣ ਦਾ ਉਹਨਾਂ ਦਾ ਮਤਲਬ ਇਹ ਆ ਕਿ ਜਿਹੜੇ ਆਪੋਜੀਸ਼ਨ ਪਾਰਟੀਆਂ ਹੈਗੀਆਂ ਆ ਉਹ ਉਹਨਾਂ ਨੂੰ ਇਸ ਗੱਲ ਤੇ ਉਕਸਾ ਰਹੇ ਆ ਕਿ ਇਹ ਤੁਹਾਡੇ ਭਲੇ ਵਾਸਤੇ ਨਹੀਂ ਆ, ਤੁਹਾਡੇ ਨੁਕਸਾਨ ਵਾਸਤੇ ਆ ਤੇ ਤੁਸੀਂ ਇਹਦਾ ਵਿਰੋਧ ਕਰੋ। ਪਰ ਦੇਖੋ ਅੱਜ ਕੱਲ ਕਿਸੇ ਨੂੰ ਵੀ ਭਰਮਾਉਣਾ ਇੰਨਾ ਆਸਾਨ ਨਹੀਂ ਪਿਆ। ਅਗਰ ਇਹਦੇ ਪੂਰੇ ਦੇਸ਼ ਦੇ ਲੋਕਾਂ ਦੇ ਲਈ ਜਾਈਏ ਤੇ ਇਹ ਸਾਰਿਆਂ ਵਾਸਤੇ ਹੀ ਲਾਗੂ ਹੁੰਦਾ, ਪਰ ਕਿਉਂਕਿ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਦਾ ਜ਼ਿਕਰ ਕਰ ਦਿੱਤਾ ਔਰ ਹਮੇਸ਼ਾ ਹੀ ਐਸਾ ਦੇਖਿਆ ਵੀ ਜਾਂਦਾ ਕਿ ਭਾਜਪਾ ਜਿਹੜੀ ਆ ਉਹ ਇੱਕ ਜਾਤੀ ਨੂੰ ਵਿਸ਼ੇਸ਼ ਨੂੰ ਲੈ ਕੇ ਹਮੇਸ਼ਾ ਹੀ ਟਾਰਗੇਟ ਕਰਦੀ ਹੈ ਔਰ ਮੁਸਲਿਮ ਉਹਨਾਂ ਦੇ ਵਿੱਚੋਂ ਇੱਕ ਹੈਗੇ ਆ। ਤੇ ਇਸ ਕਰਕੇ ਕੱਲ ਦੇ ਹੀ ਜਿਹੜੀ ਰਾਜਨੀਤੀ ਆ ਉਹ ਗਰਮਾ ਗਈ ਹੈ ਔਰ ਲੋਕਾਂ ਨੇ ਅਲੱਗ-ਅਲੱਗ ਪੋਲੀਟੀਕਲ ਦਲਾਂ ਨੇ ਇਹਦਾ, ਕਿਸੇ ਨੇ ਵਿਰੋਧ ਕੀਤਾ, ਕਿਸੇ ਨੇ ਇਹਦੀ ਹਮਾਇਤ ਕੀਤੀ ਹੈ। ਜਿਵੇਂ ਆਪ ਦੇ ਵਿੱਚ ਅੱਜ ਉਹਨਾਂ ਦੇ ਇੱਕ ਲੀਡਰ ਨੇ ਕਹਿ ਦਿੱਤਾ ਕਿ ਹਾਂ ਅਸੀਂ ਸੰਵਿਧਾਨਕ ਤੌਰ ਤੇ ਯੂਸੀਸੀ ਦੀ ਸਪੋਰਟ ਕਰਦੇ ਹਾਂ, ਸਾਨੂੰ ਠੀਕ ਲੱਗਦਾ ਇਹ। ਪਰ ਸੰਵਿਧਾਨਿਕ ਤੌਰ ਤੇ ਇਹਦੇ ਵਿੱਚ ਕੀ, ਕਿਉਂਕਿ ਇਹ ਸਿਰਫ ਔਰ ਸਿਰਫ ਸੰਵਿਧਾਨ ਦੇ ਹਿਸਾਬ ਨਾਲ ਚੱਲਣ ਦੀ ਗੱਲ ਨਹੀਂ ਹੈ, ਕਿਉਂਕਿ ਸੰਵਿਧਾਨਿਕ ਆਜ਼ਾਦੀ ਦੀ ਅਗਰ ਗੱਲ ਕੀਤੀ ਜਾਵੇ ਕਿ ਅਸੀਂ ਸੰਵਿਧਾਨ ਦੇ ਅਨੁਸਾਰ ਜਿਹੜੇ ਕਾਨੂੰਨ ਬਣਾਏ ਆ ਉਹਦੀ ਆਲਰੇਡੀ ਹੈ ਹੀ ਔਰ ਉਹਨਾਂ ਦੀ ਪਾਲਣਾ ਤਾਂ ਪੂਰਾ ਦੇਸ਼ ਦੇ ਵਾਸੀ ਕਰਦੇ ਹੈਗੇ ਆ। ਤੇ ਇਸ ਚੀਜ਼ ਨੂੰ ਰੰਗਤ ਇਸ ਲਈ ਦਿੱਤੀ ਜਾ ਰਹੀ ਹੈ ਕਿਉਂਕਿ ਦੇਖੋ ਸਾਡਾ ਦੇਸ਼ ਹੈਗਾ ਵੱਖ-ਵੱਖ ਜਾਤੀਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਲੋਕਾਂ ਦਾ ਜਿਹੜਾ ਦੇਸ਼ ਹੈਗਾ ਆ, ਉਹਦੇ ਵਿੱਚ ਲੋਕਾਂ ਦੇ ਜਿਹੜੇ ਇੱਕ ਤੇ ਹੁੰਦੀ ਹੈ ਕਿ ਸੰਵਿਧਾਨਿਕ ਆਜ਼ਾਦੀ ਔਰ ਦੂਸਰੀ ਹੁੰਦੀ ਕਿ ਧਾਰਮਿਕ ਆਜ਼ਾਦੀ। ਲੋਕਾਂ ਦੇ ਵਿੱਚ ਵਿਆਹ ਨੂੰ ਲੈ ਕੇ, ਤਲਾਕ ਨੂੰ ਲੈ ਕੇ, ਮਰਨ ਨੂੰ ਲੈ ਕੇ, ਬੱਚਾ ਗੋਦ ਲੈਣ ਲਈ ਜਾਂ ਫਿਰ ਪ੍ਰਾਪਰਟੀ ਨਾਮ ਕਰਨ ਲਈ, ਇਹ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਦੇ ਜਿਹੜੇ ਫੈਸਲੇ ਆ ਉਹ ਸੰਵਿਧਾਨ ਤੋਂ ਹਟ ਕੇ ਵੀ ਆਪਣੇ ਆਪਣੇ ਧਰਮ ਦੇ ਹਿਸਾਬ ਨਾਲ ਕੀਤੇ ਜਾਂਦੇ ਆ। ਅਗਰ ਅਨੁਛੇਦ 25 ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਸੰਵਿਧਾਨ ਵੀ ਸਾਨੂੰ ਇਹ ਆਜ਼ਾਦੀ ਦਿੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਸੁਵਿਧਾ ਦੇ ਅਨੁਸਾਰ ਕੋਈ ਵੀ ਧਰਮ ਅਸੀਂ ਅਪਣਾ ਸਕਦੇ ਹਾਂ ਔਰ ਉਹਦਾ ਜਿਹੜਾ ਆ ਪ੍ਰਚਾਰ ਵੀ ਕਰ ਸਕਦੇ, ਪ੍ਰਸਾਰ ਵੀ ਕਰ ਸਕਦੇ ਹਾਂ। ਇਹਦੇ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ। ਇਹ ਸਾਡਾ ਲੋਕਤੰਤਰ ਦੀ ਵਿਲੱਖਣਤਾ ਆ, ਇਹ ਸਾਡੇ ਲੋਕਤੰਤਰ ਦੀ ਖੂਬੀ ਆ। ਇਸ ਆਜ਼ਾਦੀ ਤੋਂ ਹਟ ਕੇ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ, ਇਸ ਕਰਕੇ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਆ। ਔਰ ਹਾਂ, ਇਹਦੇ ਵਿੱਚ ਕਿਉਂਕਿ ਇੱਕ ਧਰਮ ਵਿਸ਼ੇਸ਼ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਇਹ ਸੋਚਣ ਵਾਲੀ ਗੱਲ ਹੈਗੀ ਆ, ਕਿਉਂਕਿ ਦੇਖੋ ਹਾਲੇ ਤੱਕ ਤੇ ਅਗਰ ਮੁਸਲਮਾਨਾਂ ਦੇ ਫਾਇਦੇ ਦੀ ਗੱਲ ਛੱਡ ਦਈਏ ਜੋ ਮੋਦੀ ਸਾਹਿਬ ਨੇ ਕੀਤੀ ਹੈ, ਤੇ ਹਾਲੇ ਤੱਕ ਤੇ ਹਿੰਦੂਆਂ ਨੂੰ ਵੀ ਸਮਾਨਤਾ ਦਾ ਅਧਿਕਾਰ ਨਹੀਂ ਮਿਲਿਆ। ਤੁਸੀਂ ਦੇਖਿਆ ਕਿ ਬਹੁਤ ਸਾਰੇ ਮੰਦਿਰ ਏਦਾਂ ਦੇ ਹੈਗੇ ਜਿੱਥੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਪੂਜਾ ਕਰਨ ਦਾ ਹੱਕ ਨਹੀਂ ਹੈ। ਤਾਂ ਅੱਜ ਡੀਐਮਕੇ ਦੇ ਇੱਕ ਲੀਡਰ ਨੇ ਵੀ ਕਿਹਾ ਕਿ ਕਮ ਸੇ ਕਮ ਪਹਿਲਾਂ ਉਹਨਾਂ ਨੂੰ ਤਾਂ ਸਮਾਨਤਾ ਦਿੱਤੀ ਜਾਵੇ, ਬਾਅਦ ਵਿੱਚ ਮੁਸਲਮਾਨਾਂ ਦੇ ਭਲੇ ਵਾਸਤੇ ਯੂਨੀਅਨ ਸਿਵਲ ਕੋਡ ਨੂੰ ਲੈ ਕੇ ਆਉਣ ਦੀ ਗੱਲ ਕੀਤੀ ਜਾਵੇ। ਪਰ ਪ੍ਰਧਾਨ ਮੰਤਰੀ ਇਹ ਕਹਿ ਰਹੇ ਸੀਗੇ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਵੀ ਇੱਕ ਚਾਹੁੰਦੀ ਆ ਕਿ ਵੀ ਇਹਨੂੰ ਲੈ ਕੇ ਆਂਦਾ ਜਾਵੇ, ਇਸ ਕਰਕੇ ਉਹ ਇਹਨੂੰ ਲਿਆਉਣਾ ਚਾਹੁੰਦੇ। ਪਰ ਅੰਦਰ ਦੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੇ ਮੇਨ ਇਹਨਾਂ ਦਾ ਮਕਸਦ ਹੈਗਾ ਕਿ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਆਉਣ ਵਾਲੇ ਆ ਔਰ ਕਿਉਂਕਿ ਇਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਆ ਉਹਦੇ ਵਿੱਚ ਯੂਨੀਅਨ ਸਿਵਲ ਕੋਡ ਦੀ ਗੱਲ ਇਹ ਹਮੇਸ਼ਾ ਹੀ ਕਰਦੇ ਆ, ਤਾਂ ਇਹ ਚਾਹੁੰਦੇ ਆ ਕਿ ਇਹਨਾਂ ਦੀਆਂ ਤਿੰਨ ਜਿਹੜੀਆਂ ਚੀਜ਼ਾਂ ਸੀਗੀਆਂ, ਤਿੰਨ ਜਿਹੜੇ ਵਾਅਦੇ ਸੀਗੇ, ਉਹਨਾਂ ਵਿੱਚੋਂ ਅਯੁੱਧਿਆ ਮੰਦਿਰ ਵੀ ਬਣ ਗਿਆ, ਜੰਮੂ ਕਸ਼ਮੀਰ ਵਿੱਚ 370 ਵੀ ਹਟ ਗਈ, ਤੇ ਸਿਰਫ ਔਰ ਸਿਰਫ ਇੱਕ ਹੀ ਗੱਲ ਰਹਿ ਗਈ ਆ ਜਿਹਦੇ ਤੇ ਇਹਨਾਂ ਨੇ ਆਪਣਾ ਧਰੂਵੀਕਰਨ ਦੀ ਨੀਤੀ ਜਿਹੜੀ ਆ ਉਹਨੂੰ ਲੈ ਕੇ ਆਉਣਾ। ਔਰ ਕਿਉਂਕਿ ਭਾਜਪਾ ਦੇ ਉੱਪਰ ਇਹ ਦੋਸ਼ ਲੱਗਦਾ, ਵਾਅਦੇ ਤਾਂ ਰੋਜ਼ਗਾਰ ਦੇ ਵੀ ਕੀਤੇ ਸੀ, ਵਾਅਦੇ ਤਾਂ ਉਹ ਮਹਿੰਗਾਈ ਦੇ ਵੀ ਕੀਤੇ ਸੀ, ਵਾਅਦੇ ਤਾਂ ਹੋਰ ਬੜੇ ਸੀਗੇ। ਪਰ ਕੀ ਵਾਕਈ ਇਹ ਪਾਰਟੀਆਂ ਜਦੋਂ ਵੀ ਚੋਣਾਂ ਆਉਂਦੀਆਂ, ਇਕੱਲੀ ਭਾਜਪਾ ਦੀ ਗੱਲ ਨਹੀਂ, ਇੱਥੇ ਵੀ ਤੁਸੀਂ ਦੇਖੋ ਚੋਣਾਂ ਆਈਆਂ ਤਾਂ ਇੱਕ ਭਾਈਚਾਰੇ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਹਾਂ ਇਸ ਭਾਈਚਾਰੇ ਦਾ ਮੈਂ ਮੁੱਖ ਮੰਤਰੀ ਬਣਾਉਂਗਾ, ਇਸ ਭਾਈਚਾਰੇ ਦਾ ਮੈਂ ਉਪ ਮੁੱਖ ਮੰਤਰੀ ਬਣਾਉਂਗਾ, ਉਸ ਨੂੰ ਟਾਰਗੇਟ ਕੀਤਾ ਜਾਂਦਾ। ਫਿਰ ਧਰਮ ਦੇ ਨਾਮ ਤੇ ਲੋਕਾਂ ਨਾਲ ਸਿਆਸਤ ਖੇਡੀ ਜਾਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ 75 ਸਾਲ ਹੋ ਗਏ ਨੇ ਆਜ਼ਾਦ ਹੋਏ, ਹਾਲੇ ਆਪਾਂ ਇਸੇ 'ਚ ਉਲਝੇ ਹੋਏ ਹਾਂ? ਤੇ ਸ਼ਾਇਦ ਇਹ ਪਾਰਟੀਆਂ ਚਾਹੁੰਦੀਆਂ ਹੀ ਨਹੀਂ ਕਿ ਇੱਕ ਵੋਟਰ ਐਜੂਕੇਟ ਹੋਵੇ, ਕਿ ਉਹ ਇਹਨਾਂ ਦੇ ਵਿੱਚ ਹੀ ਉਲਝਿਆ ਰਵੇ, ਕਿਉਂਕਿ ਜੇ ਉਹ ਐਜੂਕੇਟ ਹੋ ਗਿਆ ਤਾਂ ਫਿਰ ਤਾਂ ਉਹ ਰੋਜ਼ਗਾਰ ਮੰਗੇਗਾ, ਫਿਰ ਉਹ ਪੁੱਛੇਗਾ, ਉਹ ਸੂਬਾ ਸਰਕਾਰ ਨੂੰ ਵੀ ਪੁੱਛੇਗਾ, ਉਹ ਕੇਂਦਰ ਸਰਕਾਰ ਨੂੰ ਵੀ ਪੁੱਛੇਗਾ ਕਿ ਰੋਜ਼ਗਾਰ ਤਾਂ ਦੱਸੋ ਕਿਵੇਂ ਮਿਲੂ, ਧਰਮ ਤਾਂ ਬਾਅਦ 'ਚ ਕਰ ਲਾਂਗੇ, ਪਰ ਮੇਰਾ ਬੇਟਾ ਗ੍ਰੈਜੂਏਸ਼ਨ ਕਰਕੇ ਇੱਥੇ ਬੈਠਾ ਹੈ ਤੇ ਉਹ ਘਰ ਬੈਠਾ ਹੈ, ਤਾਂ ਉਹ ਕਿੱਥੋਂ ਆਉਣਗੀਆਂ? ਸਿਹਤ ਸਹੂਲਤਾਂ ਕਿੱਥੋਂ ਆਉਣਗੀਆਂ? ਐਜੂਕੇਸ਼ਨ ਕਿੱਥੋਂ ਆਉਣਗੀਆਂ? ਇਹ ਮੁੱਢਲੀਆਂ ਜਿਹੜੀਆਂ ਚੀਜ਼ਾਂ ਨੇ ਜਿਹੜਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਦੇਣੀਆਂ। ਐ ਤਾਂ ਨਹੀਂ ਕਿ ਕੋਵਿਡ ਆਇਆ, ਤੁਸੀਂ ਦੇਖੋ ਵੀ ਕੀ ਹਾਲਾਤ ਹੋ ਗਏ ਸਾਡੇ ਦੇਸ਼ ਦੇ, ਚਾਹੇ ਉਹ ਸੂਬਾ ਸਰਕਾਰ ਦੀ ਗੱਲ ਕਰ ਲਈਏ,
ਤਾਂ ਮੈਨੂੰ ਲੱਗਦਾ ਕਿ ਇਹ ਸਰਕਾਰਾਂ ਕਿਤੇ ਨਾ ਕਿਤੇ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਹਰੇਕ ਸਰਕਾਰ ਧਰਮ ਵਾਲੇ ਪਾਸੇ ਉੱਥੇ ਰਾਜਨੀਤੀ ਖੇਡਣਾ ਸ਼ੁਰੂ ਕਰ ਦਿੰਦੀ ਹੈ ਜੀ। ਦੇਖੋ ਸੁਰਿੰਦਰ ਜੀ, ਪੋਲੀਟੀਕਲ ਜਿਹੜਾ ਏਜੰਡਾ ਹੁੰਦਾ ਆ ਜਾਂ ਫਿਰ ਪ੍ਰੋਪੇਗੈਂਡਾ ਮੈਂ ਕਹਾਂਗੀ, ਉਹਨੂੰ ਸੈੱਟ ਕਰਨਾ, ਉਹਦੇ ਤੇ ਚੱਲਣਾ, ਉਹਦੇ ਤੇ ਧਰੂਵੀਕਰਨ ਕਰਨਾ, ਉਹਦੇ ਤੇ ਲੋਕਾਂ ਨੂੰ ਅਲੱਗ-ਅਲੱਗ ਕਰਨਾ, ਚਾਹੇ ਉਹ ਜਾਤੀ ਦੇ ਨਾਮ ਤੇ ਹੋਵੇ, ਚਾਹੇ ਉਹ ਧਰਮ ਦੇ ਨਾਮ ਤੇ ਹੋਵੇ, ਇਹ ਰਾਜਨੀਤਿਕ ਦਲਾਂ ਦੀ ਹਮੇਸ਼ਾ ਤੋਂ ਹੀ ਪਹਿਲ ਰਹੀ ਹੈ। ਰਾਜਨੀਤਿਕ ਦਲ ਜਿਹੜੇ ਆ ਉਹਨਾਂ ਨੂੰ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਕਿ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ, ਸਾਡੇ ਦੇਸ਼ ਵਿੱਚ ਅਨਐਮਪਲੋਇਮੈਂਟ ਖਤਮ ਹੋਈ ਹੈ ਕਿ ਨਹੀਂ ਹੋ ਰਹੀ ਹੈ, ਸਾਡੇ ਦੇਸ਼ ਵਿੱਚ ਸਕੂਲਿੰਗ ਕਿਵੇਂ ਦੀ ਹੋ ਰਹੀ ਹੈ, ਸਾਡੇ ਦੇਸ਼ ਵਿੱਚ ਜਿਹੜੇ ਹੈਲਥ ਸੁਵਿਧਾਵਾਂ ਆ ਉਹਨਾਂ ਤੇ ਕੀ ਕੰਮ ਹੋ ਰਿਹਾ। ਇਹ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਸਿਰਫ ਔਰ ਸਿਰਫ ਵੋਟਾਂ ਦੀ ਰਾਜਨੀਤੀ ਕਰਨੀ ਆਉਂਦੀ ਆ। ਔਰ ਭਾਜਪਾ ਦੇ ਉੱਪਰ ਤਾਂ ਖਾਸ ਕਰਕੇ ਕਿ ਉਹ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਕਰਦੇ ਆ, ਉਹ ਹਮੇਸ਼ਾ ਹੀ ਧਰੂਵੀਕਰਨ ਦੀ ਨੀਤੀ ਤੇ ਚੱਲਦੇ ਆ ਔਰ ਉਹਨਾਂ ਨੂੰ ਹਮੇਸ਼ਾ ਹੀ ਇਸ ਤਰ੍ਹਾਂ ਲੱਗਦਾ ਕਿ ਅਸੀਂ ਹਿੰਦੂ ਮੁਸਲਮਾਨ ਦੇ ਨਾਮ ਤੇ ਲੋਕਾਂ ਦੇ ਵਿੱਚ ਪਾੜਾ ਵਧਾਵਾਂਗੇ, ਲੋਕਾਂ ਦੇ ਵਿੱਚ ਵਿਤਕਰਾ ਉਹਨਾਂ ਦੇ ਵਿੱਚ ਦੂਰੀਆਂ ਵਧਾ ਦੇਵਾਂਗੇ ਤਾਂ ਉਹ ਸਾਨੂੰ ਫਾਇਦਾ ਦੇਵੇਗਾ। ਹਾਲਾਂਕਿ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਦੂਸਰਾ ਰਾਜਨੀਤਿਕ ਦਲ ਜਿਹੜਾ ਉਹ ਇਸ ਚੀਜ਼ ਤੋਂ ਬਚਿਆ ਹੋਇਆ ਹੈ, ਪਰ ਜ਼ਿਆਦਾ ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਿਆ ਕਿ 2 ਵਾਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈਗੇ ਔਰ 2 ਵਾਰ ਤੋਂ ਭਾਜਪਾ ਦੀ ਸਰਕਾਰ ਹੈਗੀ ਹੈ ਸੈਂਟਰ ਦੇ ਵਿੱਚ, ਤੇ ਇਸ ਕਰਕੇ ਜ਼ਿਆਦਾਤਰ ਕੋਸ਼ਿਸ਼ ਇਹ ਹੈ ਕਿ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਆ ਉਹਦੇ ਵਿੱਚ ਅਸੀਂ ਕੀ ਇੱਕ ਮੈਂਡੇਟ ਸੈੱਟ ਕਰ ਦਈਏ। ਉਹਨਾਂ ਨੂੰ ਇਹ ਆ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਉਹਨਾਂ ਦੇ ਵਿੱਚ ਲੋਕਾਂ ਨੂੰ ਅਸੀਂ ਕੀ ਲੋਲੀਪੌਪ ਦੇਣਾ, ਕਿਉਂਕਿ ਹਮੇਸ਼ਾ ਹੀ ਦੇਸ਼ ਦੇ ਜਿਹੜੇ ਅਲੱਗ ਮੁੱਦੇ ਹੈਗੇ, ਦੇਸ਼ ਦੇ ਜਿਹੜੇ ਅਸਲੀ ਮੁੱਦੇ ਹੈਗੇ, ਜਨਤਾ ਨੂੰ ਉਹਨਾਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜਨਤਾ ਨੂੰ ਆਪਣੇ ਵੱਲ ਕਿੱਦਾਂ ਵੋਟ ਲੈ ਕੇ ਆਣੀ, ਇਸ ਗੱਲ ਲਈ ਜਨਤਾ ਨੂੰ ਕਿੱਦਾਂ ਅਟਰੈਕਟ ਕਰਨਾ, ਹਮੇਸ਼ਾ ਹੀ ਉਸ ਚੀਜ਼ ਤੇ ਫੋਕਸ ਕੀਤਾ ਜਾਂਦਾ ਹੈ ਔਰ ਉਹ ਜਿਹੜੀ ਰਣਨੀਤੀ ਆ ਉਹਦੇ ਵਿੱਚ ਭਾਜਪਾ ਦਾ ਕੋਈ ਸਾਨੀ ਨਹੀਂ ਹੈ। ਹਮੇਸ਼ਾ ਹੀ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ ਕਿ ਦੇਖੋ ਜਿੱਦਾਂ ਕੱਲ ਤੁਸੀਂ ਦੇਖਿਆ ਕਿ ਭੋਪਾਲ ਦੇ ਵਿੱਚ ਹੁਣ ਜਿਹੜੇ ਵਿਧਾਨ ਸਭਾ ਇਲੈਕਸ਼ਨ ਆਉਣ ਵਾਲੇ ਆ ਮੱਧ ਪ੍ਰਦੇਸ਼ ਦੇ ਵਿੱਚ, ਤੇ ਇਸ ਕਰਕੇ ਭੋਪਾਲ ਦੇ ਵਿੱਚ ਕੈਂਪਿੰਗ ਸ਼ੁਰੂ ਹੋ ਗਈ ਹੈ। ਉਸੇ ਨੂੰ ਮੰਦੇ ਨਜ਼ਰ ਰੱਖਦਿਆਂ ਕੱਲ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ ਪ੍ਰਧਾਨ ਮੰਤਰੀ, ਤੇ ਇਹ ਜਿਹੜੀ ਚੀਜ਼ ਹੈ, ਇਹ ਜਿਹੜਾ ਕੈਂਪਿੰਗ ਦਾ ਦੌਰਾ ਹੁੰਦਾ ਹੈ ਜਾਂ ਫਿਰ ਇਹਦੇ ਦੌਰਾਨ ਜਦੋਂ ਲੋਕਾਂ ਦੇ ਸਨਮੁਖ ਹੁੰਦੇ ਆ ਪ੍ਰਧਾਨ ਮੰਤਰੀ ਜਾਂ ਫਿਰ ਗ੍ਰਹਿ ਮੰਤਰੀ, ਤਾਂ ਹਮੇਸ਼ਾ ਹੀ ਉਹ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਾਂ ਫਿਰ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਜਿਹੜੇ ਵੋਟਰ ਹੈ ਜਾਂ ਫਿਰ ਆਪਣਾ ਵੋਟ ਪਰਸੈਂਟੇਜ ਹੈ ਉਹ ਕਿਵੇਂ ਵਧਾਈਏ। ਉਹਨਾਂ ਨੂੰ ਲੋਕਾਂ ਦੀਆਂ ਜਿਹੜੀਆਂ ਸੱਚੀ ਦੀਆਂ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਨੂੰ ਲੋਕੀ ਫੇਸ ਕਰ ਰਹੇ ਆ, ਸਭ ਤੋਂ ਵੱਡੀ ਤਾਂ ਦੇਖੋ ਇਹੀ ਪ੍ਰੋਬਲਮ ਹੈ ਕਿ ਸਾਡੇ ਦੇਸ਼ ਦੇ ਵਿੱਚ ਅਨਐਮਪਲੋਇਮੈਂਟ ਇੰਨੀ ਆ ਕਿ ਸਾਡੇ ਦੇਸ਼ ਦੇ ਕਿੰਨੇ ਬੱਚੇ ਬਾਹਰ ਪੜ੍ਹਨ ਜਾ ਰਹੇ ਆ ਔਰ ਉਹ ਸਾਡੀ ਆਰਥਿਕਤਾ ਨੂੰ ਇੱਕ ਬਹੁਤ ਵੱਡੀ ਸੱਟ ਹੈਗੀ ਆ, ਕਿਉਂਕਿ ਉਹ ਬੱਚੇ ਜਿਹੜੇ ਬਾਹਰ ਪੜ੍ਹਨ ਜਾ ਰਹੇ ਆ ਉਹ ਉੱਥੇ ਹੀ ਸੈੱਟ ਹੋਣ ਦੀ ਸੋਚਣਗੇ, ਤਾਂ ਮਤਲਬ ਉਹ ਉੱਥੇ ਹੀ ਕਮਾਉਣਗੇ ਔਰ ਉੱਥੇ ਹੀ ਉਹਨਾਂ ਦੀ ਆਰਥਿਕਤਾ ਵਧਾਉਣਗੇ, ਤੇ ਸਾਡੇ ਦੇਸ਼ ਦੀ ਜਿਹੜੀ ਆਰਥਿਕਤਾ ਨੂੰ ਬਹੁਤ ਵੱਡਾ ਧੱਕਾ ਲੱਗਦਾ ਆ। GDP ਕਿਤੇ ਦੀ ਕਿਤੇ ਜਾ ਰਹੀ ਹੈ, ਸਾਡਾ ਜਿਹੜਾ ਬਾਕੀ ਚੀਜ਼ਾਂ ਦੇ ਵਿੱਚ ਵੀ ਲੈ ਕੇ ਅਗਰ ਦੇਖਿਆ ਜਾਈਏ ਤਾਂ ਉਹਨਾਂ ਵਿੱਚ ਵੀ ਸਰਕਾਰ ਦਾ ਕੋਈ ਧਿਆਨ ਹੈ ਹੀ ਨਹੀਂ ਹੈ। ਸਰਕਾਰ ਨੇ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਅਗਰ ਉਹਨਾਂ ਨੇ ਆਪਣੇ ਲੋਕਾਂ ਦੇ ਜਿਹੜੇ ਭਲੇ ਵਾਸਤੇ ਜੋ ਵੀ ਗੱਲਾਂ ਕੀਆਂ ਕੀ ਉਹਨਾਂ ਨੇ ਉਹ ਪੂਰੀਆਂ ਕੀਤੀਆਂ, ਉਹਨਾਂ ਵੱਲ ਧਿਆਨ ਵੀ ਨਹੀਂ ਹੈ। ਉਹਨਾਂ ਦਾ ਸਿਰਫ ਔਰ ਸਿਰਫ ਧਿਆਨ ਇਹੀ 3 ਮੁੱਦਿਆਂ ਵੱਲ ਸੀਗਾ ਜਿਹੜੇ ਉਹਨਾਂ ਨੇ ਧਰਮ ਔਰ ਰਾਜਨੀਤੀ ਨੂੰ ਲੈ ਕੇ ਮਿਲਾਪ ਜੋ ਕੀਤਾ ਸੀਗਾ, ਜੋ ਉਹਨਾਂ ਨੂੰ ਲੱਗਿਆ ਸੀਗਾ ਕਿ ਹਾਂ ਲੋਕੀ ਇਹਦੇ ਵਿੱਚ ਅਟਰੈਕਟ ਹੋਣਗੇ ਔਰ ਇਸੇ ਚੀਜ਼ ਦੇ ਵਿੱਚ ਜ਼ੋਰ ਲਗਾ ਦਿੱਤਾ ਗਿਆ। ਤੁਸੀਂ ਦੇਖੋ ਕਿ ਰਾਮ ਮੰਦਿਰ ਬਣਨਾ ਜ਼ਰੂਰੀ ਸੀ ਜਾਂ ਦੇਸ਼ ਵਿੱਚ ਜਿਹੜੇ ਹਸਪੀਟਲਸ ਹੈ ਜਾਂ ਫਿਰ ਸਕੂਲ ਹੈ ਉਹਨਾਂ ਦਾ ਬਣਨਾ ਜ਼ਰੂਰੀ ਸੀਗਾ। ਅੱਜ ਬਿਹਾਰ ਦੀ ਨਿਊਜ਼ ਆ ਰਹੀ ਸੀਗੀ ਕਿ ਉੱਥੇ ਟੀਚਰਾਂ ਦੀ ਭਰਤੀ ਨੂੰ ਲੈ ਕੇ ਕਿੰਨਾ ਰੌਲਾ ਪਿਆ। ਤੁਸੀਂ ਇਹ ਦੇਖੋ ਕਿ ਪੋਸਟਾਂ ਹੁੰਦਿਆਂ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ, ਦਿੱਲੀ ਦੇ ਵਿੱਚ ਵੀ ਇਹੀ ਹਾਲ ਹੈ ਕਿ ਪੋਸਟਾਂ ਹੈਗੀਆਂ ਤੁਹਾਡੇ ਕੋਲ ਬਟ ਫਿਰ ਵੀ ਤੁਸੀਂ ਉਹਨਾਂ ਨੂੰ ਫਿਲ ਨਹੀਂ ਕਰ ਰਹੇ। ਉਹਦੇ ਲਈ ਤੁਹਾਡੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈ ਜਾਂ ਫਿਰ ਉਹਨਾਂ ਦੇ ਐਂਟਰੈਂਸ ਟੈਸਟ ਹੈ ਉਹ ਸਭ ਕਲੀਅਰ ਕਰਵਾਉਣ ਦੀ ਤੁਹਾਡੀ ਕੈਪੇਬਿਲਿਟੀ ਹੈ ਨਹੀਂ ਕਿ ਤੁਸੀਂ ਅਰੇਂਜ ਕਰਵਾ ਸਕੋ, ਮੈਨੇਜ ਕਰਵਾ ਸਕੋ ਕਿ ਜਿਹੜੇ ਬੱਚੇ ਆ ਬੇਰੁਜ਼ਗਾਰ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਹਨਾਂ ਗੱਲਾਂ ਤੋਂ ਖੁਦ ਤੇ ਭਟਕੀ ਹੋਈ ਹੈ ਸਰਕਾਰ, ਲੋਕਾਂ ਨੂੰ ਵੀ ਭਟਕਾਉਂਦੀ ਹੈ ਕਿਉਂਕਿ ਲੋਕ ਵੀ ਜਦੋਂ ਨਿਊਜ਼ ਵਿੱਚ ਜਿਵੇਂ ਤੁਸੀਂ ਦੇਖਿਆ ਕਿ ਗੋਦੀ ਮੀਡੀਆ ਦੇ ਵਿੱਚ ਐਵੇਂ ਚੀਜ਼ਾਂ ਨੂੰ ਉਛਾਲ ਦਿੱਤਾ ਜਾਂਦਾ, ਸੋਸ਼ਲ ਮੀਡੀਆ ਤੇ ਇੰਨਾ ਉਛਾਲ ਦਿੱਤਾ ਜਾਂਦਾ ਕਿ ਜਿਹੜੇ ਮੁੱਦੇ ਸਾਡੇ ਧਿਆਨ 'ਚ ਆਉਣੇ ਚਾਹੀਦੇ ਉਹਨਾਂ ਨੂੰ ਆਖੋਂ ਪਰੋਖੇ ਕਰ ਦਿੱਤਾ ਜਾਂਦਾ ਔਰ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਲੋਕ ਥੋੜੇ ਉਤੇਜਿਤ ਹੋ ਜਾਣ, ਰੋਡ ਤੇ ਨਿਕਲ ਆਉਣ ਔਰ ਮਤਲਬ ਇਹਨਾਂ ਚੀਜ਼ਾਂ ਦਾ ਵਿਰੋਧ ਕਰਨ, ਤੇ ਉਹ ਚੀਜ਼ਾਂ ਨੂੰ ਲੈ ਕੇ ਉਕਸਾਉਣ ਵਾਸਤੇ ਮੀਡੀਆ ਵੀ ਬਿਲਕੁਲ ਆਪਣੀ ਭਾਗੀਦਾਰੀ ਪ੍ਰੋਪਰ ਨਿਭਾ ਰਿਹਾ। ਨਹੀਂ ਮੈਡਮ, ਉਹ ਕੀ ਤੁਹਾਨੂੰ ਲੱਗਦਾ ਕਿ ਹੁਣ ਵੋਟਰ ਵਾਕਈ ਹਾਲੇ ਵੀ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਵੋਟਰ ਦਾ ਬਿਹੇਵੀਅਰ ਬਦਲ ਰਿਹਾ ਕਿਉਂਕਿ ਐਜੂਕੇਟ ਹੋ ਰਿਹਾ, ਹੁਣ ਵਾਲੀ ਜਿਹੜੀ ਪੀੜ੍ਹੀ ਹੈ
ਉਹ ਹੁਣ ਬਦਲਾਵ ਦੀ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੁਸੀਂ ਦੇਖੋ ਵੀ ਯੂਥ ਤੇ ਉਹ ਸਾਰੇ ਲੋਕਾਂ ਨੇ ਬਦਲਾਵ ਦੀ ਉਸ ਹੁੰਗਾਰੇ ਨੂੰ ਬਦਲਾਵ ਦੀ ਰਾਜਨੀਤੀ ਤੇ ਵੋਟ ਪਾਇਆ ਕਿ ਹਾਂ ਬਦਲਾਵ ਚਾਹੀਦਾ, ਨਾ ਐਤਕੀ ਕਾਂਗਰਸ ਤੇ ਨਾ ਐਤਕੀ ਅਕਾਲੀ, ਆ ਬਦਲਾਵ ਲੈ ਕੇ ਆਨੇ, ਨਾਲੇ ਪੂਰੇ ਬਹੁਮਤ ਦੇ ਨਾਲ 92 ਸੀਟਾਂ ਤੱਕ ਜਿਤਾ ਦਿੱਤੀਆਂ ਕਿਉਂਕਿ ਹੁੰਗਾਰਾ ਇਹ ਸੀ ਇਹਨਾਂ ਦਾ। ਉਹਨਾਂ ਨੇ ਕਿਹਾ ਨਵਾਂ ਟਰਾਈ ਕਰਦੇ ਆ। ਹੁਣ ਉਹ ਪੁਰਾਣੀਆਂ ਚੀਜ਼ਾਂ ਨਹੀਂ ਰਹੀਆਂ ਕਿ ਹਾਂ ਫਲਾਨੀ ਪਾਰਟੀ ਦਾ ਕੈਡਰ ਹੁੰਦਾ ਸੀ, ਉਹ ਇਸ ਤਰੀਕੇ ਨਾਲ ਚੱਲਦਾ ਸੀ, ਤਾਂ ਹੀ ਇਹਨਾਂ ਨੂੰ ਹੁੰਦਾ ਸੀ ਕਿ ਚੱਲ 5 ਸਾਲ ਹੈ, ਹੁਣ ਵੀ 5 ਨਹੀਂ ਤਾਂ ਚੱਲ ਰਿਪੀਟ ਹੋ ਗਿਆ, 10 ਸਾਲ ਬਾਅਦ ਮੇਰੀ ਵਾਰੀ ਤਾਂ ਪੱਕੀ ਹੈ। ਪਰ ਐਤਕੀ ਪੰਜਾਬ ਵਾਲੇ ਲੋਕਾਂ ਨੇ ਉੱਥੇ ਵੀ ਨਕਾਰ ਦਿੱਤਾ, ਉਸ ਰਾਜਨੀਤੀ ਨੂੰ ਵੀ ਨਕਾਰ ਦਿੱਤਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀਆਂ ਨੂੰ ਵੀ ਉਸ ਤਰੀਕੇ ਨਾਲ ਆਪਦਾ ਬਿਹੇਵੀਅਰ ਚੇਂਜ ਕਰਨਾ ਚਾਹੀਦਾ? ਮੁੱਦੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਚੱਕਣੇ ਚਾਹੀਦੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ, ਪੁੱਛਣ ਜਾ ਕੇ ਕਿ ਅੱਜ ਰਸੋਈ ਦੇ ਵਿੱਚ ਜੇ ਉਹ ਗੈਸ ਚੁੱਲ੍ਹਾ ਤੁਸੀਂ ਫ੍ਰੀ ਦੇ ਰਹੇ ਸੀ, ਅੱਜ ਉਹ ਗੈਸ ਜਿਹੜਾ ਸਿਲੰਡਰ ਫ੍ਰੀ ਦੇ ਰਹੇ ਸੀ, ਕੀ ਇੱਕ ਸਿਲੰਡਰ ਆਮ ਗਰੀਬ ਬੰਦੇ ਤੋਂ ਸਿਲੰਡਰ ਭਰਵਾਇਆ ਜਾ ਰਿਹਾ? ਉਹ ਸਿਲੰਡਰ ਦਾ ਉਹ ਕਰ ਕੀ ਰਿਹਾ? ਕਿਤੋਂ ਸ਼ੁਰੂ ਹੋਇਆ ਸੀ। ਅੱਜ ਉਹ ਸਬਜ਼ੀ ਦਾ ਹਾਲਾਤ ਪੁੱਛੋ, ਅੱਜ ਇੱਕ ਆਮ ਰਸੋਈ ਦੇ ਵਿੱਚ ਕਿੰਨਾ ਔਖਾ ਹੋ ਗਿਆ ਇੱਕ ਫੁਲਕਾ ਬਣਾਉਣਾ। ਇੱਕ ਆਮ ਬੰਦੇ ਵਾਸਤੇ ਰਸੋਈ ਕਿੰਨੀ ਔਖੀ ਹੋ ਗਈ ਹੈ। ਸ਼ਾਇਦ ਉਹ ਮੂੜਲੀਆਂ ਚੀਜ਼ਾਂ ਨੇ। ਇੱਥੇ ਤਾਂ ਸਿਆਸਤ ਬਾਅਦ ਵਿੱਚ ਹੁੰਦੀ ਰਹੇਗੀ ਜੀ। ਦੇਖੋ, ਅਗਰ ਮਹਿੰਗਾਈ ਦੀ ਗੱਲ ਕੀਤੀ ਜਾਵੇ, ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ, ਤੇ ਸਾਡੀ ਸਰਕਾਰ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਹੈ। ਤੁਹਾਨੂੰ ਯਾਦ ਹੋਏਗਾ ਸੰਸਦ ਦੇ ਵਿੱਚ ਆਪੋਜੀਸ਼ਨ ਵਾਲਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ ਜਦੋਂ ਪਿਆਜ਼ ਦੇ ਜਿਹੜੀ ਰੇਟ ਹੈ ਬਹੁਤ ਵੱਧ ਗਏ ਸੀਗੇ, ਤੇ ਸਾਡੀ ਜਿਹੜੀ ਫਾਈਨੈਂਸ ਮਿਨਿਸਟਰ ਹੈ ਉਹਨੇ ਇਸ ਚੀਜ਼ ਦਾ ਜਵਾਬ ਇਸ ਗੱਲ ਵਿੱਚ ਦਿੱਤਾ ਸੀ ਕਿ ਮੈਂ ਤਾਂ ਜੈਨ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਔਰ ਜੈਨ ਪਰਿਵਾਰ ਦੇ ਵਿੱਚ ਪਿਆਜ਼ ਖਾਧਾ ਹੀ ਨਹੀਂ ਜਾਂਦਾ, ਤਾਂ ਉਹਦੇ ਨਾਲ ਵੀ ਅਸੀਂ ਖਾਣਾ ਬਣਾਉਂਦੇ ਹਾਂ। ਤਾਂ ਮਤਲਬ ਇਹ ਕੋਈ ਜਵਾਬ ਨਹੀਂ ਹੋਇਆ ਇਸ ਚੀਜ਼ ਦਾ ਕਿ ਮਹਿੰਗਾਈ ਕਿਉਂ ਵੱਧ ਰਹੀ ਹੈ ਜਾਂ ਪਿਆਜ਼ ਦਾ ਰੇਟ ਕਿਉਂ ਵੱਧ ਰਿਹਾ, ਪਿਆਜ਼ ਇੰਨੇ ਮਹਿੰਗੇ ਕਿਉਂ ਹੋ ਰਹੇ ਆ। ਤਾਂ ਮਤਲਬ ਉਹਨਾਂ ਨੇ ਇੱਕ ਲੌਜੀਕਲ ਵੇ ਨਾਲ ਨਹੀਂ ਸੋਚਿਆ, ਉਹਨਾਂ ਨੇ ਉਹਦਾ ਅੱਛਾ ਕਰੈਕਟ ਜੋ ਆਨਸਰ ਸੀ ਉਹ ਨਹੀਂ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਜੈਨ ਬਹੂ ਔਰ ਮੈਂ ਖਾਣਾ ਬਣਾਉਂਦੀ ਹਾਂ ਔਰ ਖਾਂਦੀ ਹਾਂ, ਤਾਂ ਮਤਲਬ ਬਿਨਾਂ ਪਿਆਜ਼ ਤੋਂ ਵੀ ਖਾਣਾ ਬਣਾਇਆ ਜਾ ਸਕਦਾ। ਤਾਂ ਇਹ ਆਪਸ਼ਨ ਉਹਨਾਂ ਨੇ ਦਿੱਤਾ ਸੀਗਾ ਸਾਡੇ ਦੇਸ਼ ਦੀ ਫਾਈਨੈਂਸ ਮਿਨਿਸਟਰ ਨੇ। ਤੇ ਜਦੋਂ ਅਸੀਂ ਸਿਲੰਡਰ ਦੀ ਵੀ ਗੱਲ ਕਰਦੇ ਹਾਂ ਤੇ ਦੇਖੋ ਉਜਵਲਾ ਯੋਜਨਾ ਲੈ ਕੇ ਸਾਡੀ ਸਰਕਾਰ ਆਈ ਸੀਗੀ, ਇੱਕ ਵਾਰ ਸਿਲੰਡਰ ਦੇ ਦਿੱਤੇ, ਉਸ ਤੋਂ ਬਾਅਦ ਸਿਲੰਡਰ ਮਹਿੰਗਾ ਇੰਨਾ ਹੋ ਗਿਆ ਕਿ ਲੋਕਾਂ ਦੇ ਸਿਲੰਡਰ ਫਿਰ ਇੱਕ ਸਾਈਡ ਤੇ ਚਲੇ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹੀ ਚੁੱਲ੍ਹਾ ਜਲਾਉਣਾ ਸ਼ੁਰੂ ਕਰ ਦਿੱਤਾ ਜਾਂ ਫਿਰ ਸਟੋਵ ਸ਼ੁਰੂ ਕਰ ਦਿੱਤਾ। ਤਾਂ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੈ ਕਿ ਸਰਕਾਰ ਦੇ ਧਿਆਨ ਵਿੱਚ ਹੈ ਨਹੀਂ, ਆਪੋਜੀਸ਼ਨ ਹੈਗੀ ਹੈ ਸਰਕਾਰ ਨੂੰ ਯਾਦ ਕਰਵਾਉਣ ਵਾਸਤੇ ਕਿ ਇਹ ਚੀਜ਼ਾਂ ਹੋ ਰਹੀਆਂ। ਔਰ ਜੋ ਵੀ ਯੋਜਨਾਵਾਂ, ਚਾਹੇ ਉਹ PM ਆਵਾਸ ਯੋਜਨਾ ਆ, ਚਾਹੇ ਉਹ ਜਨ ਧਨ ਯੋਜਨਾ ਆ, ਚਾਹੇ ਉਹ ਕਿਸਾਨ ਵਾਸਤੇ ਆਈ ਸੀਗੀ ਯੋਜਨਾ ਕਿ ਉਹਨਾਂ ਦੀ ਜਿਹੜੀ ਉਤਪਾਦਕ ਹੈਗੇ ਆ ਉਹਨਾਂ ਦੇ ਰੇਟ MSP ਜਿਹੜੀ ਹੈ ਲਾਗੂ ਕਰ ਦਿੱਤੀ ਜਾਵੇਗੀ ਔਰ ਜਿਹੜੀ ਇਹਨਾਂ ਦੀ ਇਨਕਮ ਹੈਗੀ ਉਹ ਡਬਲ ਹੋ ਜਾਵੇਗੀ। ਉਹ ਵੀ 2023 ਦਾ ਵਾਅਦਾ ਸੀ ਔਰ 2023 ਆਲਰੇਡੀ ਨਿਕਲ ਗਈ ਹੈ। ਉਸ ਤਰ੍ਹਾਂ ਵੀ ਕੁਝ ਹੋਇਆ ਨਹੀਂ ਹੈ। ਔਰ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਹੈ ਜਾਂ ਫਿਰ ਕਨਿਆਵਾਂ ਵਾਸਤੇ, ਛੋਟੀਆਂ ਬੱਚੀਆਂ ਵਾਸਤੇ PM ਬਹੁਤ ਵੱਡੀਆਂ ਯੋਜਨਾਵਾਂ ਲੈ ਕੇ ਆਇਆ, ਪੋਸਟ ਆਫਿਸ ਦੇ ਵਿੱਚ ਉਹਨਾਂ ਦੇ ਨਾਮ ਤੇ ਪੈਸੇ ਜਮ੍ਹਾਂ ਹੁੰਦੇ ਆ ਔਰ ਇਹ ਸਾਰੀਆਂ ਯੋਜਨਾਵਾਂ ਸਰਕਾਰ ਲੈ ਕੇ ਤਾਂ ਆਉਂਦੀ ਆ ਔਰ ਲੋਕ ਭਲਾਈ ਵਾਸਤੇ ਹੀ ਲੈ ਕੇ ਆਉਂਦੀ ਆ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਕਮਜ਼ੋਰੀ ਰਹਿ ਜਾਂਦੀ ਹੈ। ਤਾਂ ਇਹ ਜਿਹੜੇ ਫਾਇਦੇ ਸਰਕਾਰ ਗਿਣਾਉਂਦੀ ਆ ਕਿ ਅਸੀਂ ਲੋਕਾਂ ਦੀ ਭਲਾਈ ਵਾਸਤੇ ਕੀਤੇ ਆ ਜਾਂ ਫਿਰ ਜਦੋਂ ਕੈਂਪਿੰਗ ਵਾਸਤੇ ਜਾਂਦੇ ਆ ਤੇ ਉਹ ਜ਼ਰੂਰ ਆਪਣੇ ਗੁਣਗਾਨ ਕਰਦੇ ਆ ਕਿ ਅਸੀਂ ਇਹ ਸਭ ਕੀਤਾ, ਤੇ ਇਹ ਚੀਜ਼ਾਂ ਲੋਕ ਇਹਨਾਂ ਦਾ ਫਾਇਦਾ ਨਹੀਂ ਉਠਾ ਪਾਉਂਦੇ ਕਿਉਂਕਿ ਇਹਨਾਂ ਨੂੰ ਮੈਨੇਜ ਕਰਨਾ ਲੋਕਾਂ ਵਾਸਤੇ ਮੁਸ਼ਕਿਲ ਹੋ ਜਾਂਦਾ। ਜਾਂ ਫਿਰ ਤੁਸੀਂ ਇਹ ਕਹਿ ਰਹੇ ਹੋ ਜਿਹੜੇ ਰਿਮੋਟ ਏਰੀਆ ਹੈਗੇ, ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਨਹੀਂ ਹੈਗੇ, ਰੂਰਲ ਏਰੀਆ ਨੂੰ ਬਿਲੋਂਗ ਕਰਦੇ ਹੈਗੇ ਆ, ਤਾਂ ਉਹ ਇਹ ਚੀਜ਼ਾਂ ਤੋਂ ਵੰਚਿਤ ਰਹਿ ਜਾਂਦੇ ਆ, ਇਹ ਸਹੂਲਤਾਂ ਤੋਂ ਵੰਚਿਤ ਰਹਿ ਜਾਂਦੇ ਆ। ਹੁਣ ਜਦੋਂ ਕੋਵਿਡ ਦੇ ਵਿੱਚ ਤੁਸੀਂ ਦੇਖਿਆ ਕਿ ਫ੍ਰੀ ਅਨਾਜ ਦੇਣਾ ਸ਼ੁਰੂ ਕੀਤਾ ਸੀਗਾ, ਫ੍ਰੀ ਅਨਾਜ ਦਿੱਤਾ ਵੀ ਔਰ ਲੋਕਾਂ ਨੂੰ ਮਿਲਿਆ ਵੀ, ਪਰ ਉਹਦੇ ਨਾਲ ਇੱਕ ਆਪੋਜੀਸ਼ਨ ਨੇ ਇਹ ਵੀ ਗੱਲ ਉਠਾਈ ਕਿ ਅਸੀਂ ਅਗਰ ਫ੍ਰੀ ਅਨਾਜ ਦਿੰਦੇ ਹਾਂ ਤਾਂ ਅਸੀਂ ਇੱਕ ਤਰ੍ਹਾਂ ਦੇ ਲੋਕਾਂ ਨੂੰ ਅਪਾਹਜ ਹੀ ਬਣਾ ਰਹੇ ਹਾਂ ਕਿ ਲੋਕ ਡਿਪੈਂਡੈਂਟ ਹੋ ਗਏ ਸਰਕਾਰ ਤੇ। ਔਰ ਲੋਕਾਂ ਨੇ ਕਿਹਾ ਕਿ ਸਾਨੂੰ ਦਾਲ ਚਾਵਲ ਔਰ ਆਟਾ ਮਿਲ ਰਿਹਾ, ਕਣਕ ਮਿਲ ਰਹੀ ਆ, ਤੇ ਸਾਨੂੰ ਕੀ ਜ਼ਰੂਰਤ ਹੈ ਕਮਾਈ ਕਰਨ ਦੀ। ਤਾਂ ਆਪੋਜੀਸ਼ਨ ਦਾ ਇਹ ਕਹਿਣਾ ਸੀਗਾ ਕਿ ਇਹਦੇ ਨਾਲੋਂ ਚੰਗਾ ਕਿ ਲੋਕਾਂ ਨੂੰ ਕੈਪੇਬਲ ਬਣਾਇਆ ਜਾਵੇ, ਕਿ ਉਹ ਰੁਜ਼ਗਾਰ ਕ੍ਰੀਏਟ ਕੀਤਾ ਜਾਵੇ, ਕਿ ਲੋਕ ਜਿਹੜੇ ਆ ਬੇਰੁਜ਼ਗਾਰੀ ਉਹਨਾਂ ਦੀ ਦੂਰ ਹੋ ਜਾਵੇ, ਲੋਕਾਂ ਨੂੰ ਕੰਮ ਮਿਲੇ, ਲੋਕ ਆਪਣੇ ਆਪ ਪੈਸਾ ਕਮਾਉਣਗੇ ਤੇ ਆਪਣੇ ਆਪ ਆਪਣੇ ਖਰਚੇ ਪੂਰੇ ਕਰਨਗੇ। ਤੇ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਹੈਂਡੀਕੈਪ ਬਣਾਉਣ ਵਾਸਤੇ ਜਿਹੜੀਆਂ ਫ੍ਰੀ ਵੀ ਦੀਆਂ ਯੋਜਨਾਵਾਂ ਹੈਗੀਆਂ ਆ, ਚਾਹੇ ਕਿਤੇ ਨਾ ਕਿਤੇ ਭਾਜਪਾ ਇਸ ਦਾ ਵਿਰੋਧ ਵੀ ਕਰਦੀ ਹੈ ਕਿ ਜਿਵੇਂ ਕੇਜਰੀਵਾਲ ਸਰਕਾਰ ਲੈ ਕੇ ਆਈ ਸੀ ਫ੍ਰੀ ਬਿਜਲੀ, ਫ੍ਰੀ ਪਾਣੀ ਔਰ ਉਹਨਾਂ ਨੇ ਵੀ ਫ੍ਰੀ ਅਨਾਜ ਦੀ ਸਕੀਮ ਸ਼ੁਰੂ ਕੀਤੀ ਸੀਗੀ, ਤਾਂ ਭਾਜਪਾ ਨੇ ਬੜਾ ਹੀ ਵਿਰੋਧ ਕੀਤਾ ਸੀਗਾ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਇਹ ਲੋਕਾਂ ਨੂੰ ਇੱਕ ਕਿਸਮ ਦਾ ਮਤਲਬ ਉਹਨਾਂ ਨੂੰ ਹੈਂਡੀਕੈਪ ਬਣਾਉਣ ਵਾਲੀ ਗੱਲ ਕਰਦੇ ਪਏ ਆ। ਪਰ ਉਹਦੇ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਕਰਨਾਟਕ ਦੇ ਇਲੈਕਸ਼ਨ ਆਏ, ਹਿਮਾਚਲ ਦੇ ਇਲੈਕਸ਼ਨ ਆਏ, ਤਾਂ ਇਹੀ ਫ੍ਰੀ ਵੀ ਜਿਨ੍ਹਾਂ ਦਾ ਭਾਜਪਾ ਵਿਰੋਧ ਕਰਦੀ ਸੀਗੀ, ਇਹਨਾਂ ਨੇ ਉਹਨਾਂ ਨੇ
ਆਪਣੇ ਚੋਣ ਮੈਨੀਫੈਸਟੋ ਵਿੱਚ ਰੱਖਿਆ। ਤਾਂ ਮੇਨ ਮਕਸਦ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹੀ ਹੁੰਦਾ ਕਿ ਲੋਕਾਂ ਨੂੰ ਮੈਡਮ ਆਪਣੇ ਵੱਲ ਇਹਦਾ ਕਿਵੇਂ ਮਤਲਬ ਕੀਤਾ ਜਾਵੇ, ਮੰਨੀਏ ਕਿ ਜਦੋਂ ਇਲੈਕਸ਼ਨ ਵਿਰੋਧੀ ਕਿਵੇਂ ਧਿਰਾਂ ਜਿੱਤਿਆ ਹੁੰਦੀਆਂ ਜਾਵੇ। ਉਦੋਂ ਇਹ ਬਹੁਤ ਸਿਆਣੇ ਜੀ ਹੁੰਦੇ ਨੇ, ਪਰ ਜਦੋਂ ਸੱਤਾ 'ਚ ਆਉਂਦੇ ਹਾਂਜੀ, ਨੇ ਤੇ ਸ਼ਾਇਦ ਉਦੋਂ ਜਦੋਂ ਸੱਤਾ ਨਜ਼ਰੀਆ ਵਿੱਚ ਆ ਬਦਲ ਗਏ, ਜਾਂਦਾ ਹੈ। ਕਿਉਂਕਿ ਬਿਲਕੁਲ ਵਿਰੋਧੀ ਬਿਲਕੁਲ ਧਿਰ ਨੂੰ ਮਜਬੂਰੀਆਂ ਵੀ ਦਿਖਦੀਆਂ, ਲੋਕਾਂ ਦੇ ਸਹੀ ਮਸਲੇ ਵੀ ਦਿਖਦੇ ਨੇ, ਉਹ ਚੱਕੇ ਵੀ ਜਾਂਦੇ ਨੇ। ਕਿਉਂਕਿ ਤੁਹਾਨੂੰ ਯਾਦ ਜੀ ਹੋਣਾ ਜੀ ਇਹੀ ਸਿਲੰਡਰ ਚੱਕ ਕੇ ਸੜਕਾਂ ਤੇ ਆ ਦਿੱਤਾ ਸੀ ਜਦੋਂ 50 ਸਮ੍ਰਿਤੀ ਰੁਪਏ ਇਰਾਨੀ ਸਿਲੰਡਰ ਬਿਲਕੁਲ ਵੜਿਆ ਸੀ। ਜੀ ਤੇ ਜਦੋਂ ਜੀ ਸਰਕਾਰ ਜੀ ਚ ਆਉਂਦੀ ਹੈ ਤੇ ਉਦੋਂ 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 ਸ਼ਾਇਦ ਇਹ ਸਿਲੰਡਰ ਦਿਖਦਾ ਨਹੀਂ। ਤਾਂ ਇੱਕ ਹਰੇਕ ਸਰਕਾਰ ਨਾਲ ਇਹ ਹੁੰਦਾ, ਸੂਬਾ ਸਰਕਾਰਾਂ 'ਚ ਵੀ ਇਹ ਹੁੰਦਾ। ਜਦੋਂ ਵਿਰੋਧੀ ਧਿਰ ਬੈਠੇ ਹੁੰਦੇ ਨੇ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਪੈਸਾ ਕਿੱਥੋਂ ਆਣਾ, ਇਹ ਵੀ ਪਤਾ ਹੁੰਦਾ ਖਜ਼ਾਨਾ ਭਰਨਾ ਕਿੱਥੋਂ ਹੈ। ਪਰ ਜਦੋਂ ਜੀ 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 ਉਹ ਹਰਾ ਪੈਨ ਕੋਲ ਆਉਂਦਾ ਹੈ ਤੇ ਉਦੋਂ ਇਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ। ਉਦੋਂ ਸਿਰਫ ਆਪਦੀਆਂ ਫਲੈਕਸਾਂ, ਆਪਦੀ ਮਸ਼ਹੂਰੀ ਤੇ ਆਪਦੀ ਪਾਰਟੀ, ਇਹ ਚੀਜ਼ਾਂ ਤੇ ਸਿਰਫ ਸੀਮਤ ਹੋ ਜਾਂਦੇ ਨੇ ਜੀ। ਬਿਲਕੁਲ ਬਿਲਕੁਲ ਕਿਉਂਕਿ ਮਸਾ ਮਸਾ ਉਹਨਾਂ ਨੂੰ ਮੌਕਾ ਮਿਲਿਆ ਹੁੰਦਾ, ਉਹ ਸੋਚਦੇ ਆ ਕਿ ਹੁਣ ਅਸੀਂ 5 ਸਾਲ ਹੈਗੇ ਆ, ਪਤਾ ਨਹੀਂ ਆਉਣ ਵਾਲੇ 5 ਸਾਲ ਸਾਨੂੰ ਮੌਕਾ ਮਿਲੇ ਨਾ ਮਿਲੇ, ਤੇ ਅਸੀਂ ਜਿੰਨਾ ਆਪਣੀ ਪਾਰਟੀ ਦਾ ਫਾਇਦਾ ਕਰ ਸਕਦੇ ਆ ਉਹਨਾਂ ਕਰੀਏ। ਸਮ੍ਰਿਤੀ ਇਰਾਨੀ ਨੂੰ ਕਿੰਨੇ ਲੋਕਾਂ ਨੇ ਟਾਰਗੇਟ ਕੀਤਾ, ਜਦੋਂ ਵੀ ਸਿਲੰਡਰ ਦੇ ਰੇਟ ਵਧੇ ਆ ਹਮੇਸ਼ਾ ਹੀ ਉਹ ਕਹਿੰਦੇ ਕਿ ਸਮ੍ਰਿਤੀ ਇਰਾਨੀ ਹੁਣ ਕਿੱਥੇ ਆ। ਉਹਨਾਂ ਨੇ ਕਦੀ ਕੋਈ ਸਟੇਟਮੈਂਟ ਦਿੱਤੀ, ਕਦੀ ਕੋਈ ਟਵੀਟ ਨਹੀਂ ਉਹਨਾਂ ਦਾ ਆਇਆ ਸਿਲੰਡਰ ਦੇ ਰੇਟ ਨੂੰ ਲੈ ਕੇ, ਜਾਂ ਫਿਰ ਉਹਨਾਂ ਨੇ ਕਦੀ ਕਿਸੇ ਚੀਜ਼ ਨੂੰ ਲੈ ਕੇ ਆਪਣੀ ਜਿਹੜੇ ਲੋਕ ਉਹਨਾਂ ਦੇ ਅਗੇਂਸਟ ਐਨਾ ਬੋਲਦੇ ਆ ਉਹਨਾਂ ਨੂੰ ਕਲੀਅਰ ਕਰਨ ਲਈ ਵੀ ਉਹਨਾਂ ਨੇ ਕਦੀ ਜਿਹੜੇ ਸਟੇਟਮੈਂਟ ਹੈਗਾ ਕੋਈ ਵੀ ਨਹੀਂ ਦਿੱਤਾ। ਉਹਦੇ ਨਾਲ ਹੀ ਅਸੀਂ ਦੇਖੀਏ ਤਾਂ ਕੇਜਰੀਵਾਲ ਵੀ ਦੇਖੋ ਪਹਿਲਾਂ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨਾਮ ਹੀ ਇਸ ਕਰਕੇ ਰੱਖਿਆ ਸੀਗਾ ਕਿ ਇਹ ਜੀ ਜਿਹੜਾ ਪੋਲੀਟੀਕਲ ਜਿਹੜੇ ਲੀਡਰਸ ਹੈਗੇ ਉਹਨਾਂ ਦੇ ਉੱਪਰ ਲਿਖਿਆ ਜਾਂਦਾ ਕਿ ਇਹਨਾਂ ਨੂੰ ਜ਼ੈਡ ਸਿਕਿਉਰਿਟੀ ਚਾਹੀਦੀ ਹੈ, ਇਹਨਾਂ ਨੂੰ ਵੀਵੀਆਈਪੀ ਕਲਚਰ ਚਾਹੀਦਾ ਹੈ। ਤੇ ਮੈਂ ਵੀਵੀਆਈਪੀ ਕਲਚਰ ਤੋਂ ਅਲੱਗ ਜਾ ਕੇ ਰਾਜਨੀਤਿਕ ਜਿਹੜਾ ਹਮੇਸ਼ਾ ਤੋਂ ਚੱਲਿਆ ਆ ਰਿਹਾ ਇੱਕ ਪ੍ਰੋਪੇਗੈਂਡਾ, ਉਹ ਤੋਂ ਹਟ ਕੇ ਮੈਂ ਇੱਕ ਪਾਰਟੀ ਬਣਾਣੀ ਹੈ ਜਿਹੜੀ ਆਮ ਆਦਮੀ ਦੀ ਪਾਰਟੀ ਹੋਵੇ। ਪਰ ਅੱਜ ਕਿਤੇ ਨਾ ਕਿਤੇ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਦੇ ਲੀਡਰ ਤੇ ਵੀ ਜਾਣੀ ਅਰਵਿੰਦ ਕੇਜਰੀਵਾਲ ਤੇ ਵੀ ਇਹ ਦੋਸ਼ ਲੱਗਿਆ ਕਿ ਵੀ 86 ਕਰੋੜ ਰੁਪਏ ਦਾ ਉਹਨਾਂ ਨੇ ਆਪਣੇ ਘਰ ਦੀ ਜਿਹੜੇ ਉਹਨਾਂ ਨੇ ਤੋੜ-ਫੋੜ ਕੀਤੀ ਆ, ਉਹਦਾ ਜਿਹੜਾ ਕੰਮ ਕਰਵਾਇਆ ਉਹ ਕਰਵਾ ਲਿਆ। ਇੰਨੇ ਮਹਿੰਗੇ 8-8 9-9 ਲੱਖ ਦੇ ਉਹਨਾਂ ਨੇ ਕਿਹਾ ਕਿ ਕਰਟਨ ਲਗਵਾ ਲਿਆ। ਤਾਂ ਇਹ ਜਿਹੜਾ ਵੀਆਈਪੀ ਕਲਚਰ ਛੱਡਣ ਦੀ ਗੱਲ ਕੀਤੀ ਸੀ ਉਹਨਾਂ ਨੇ, ਤੇ ਸ਼ਾਇਦ ਲੋਕਾਂ ਨੇ ਉਹਨਾਂ ਨੂੰ ਇਸੇ ਕਰਕੇ ਮੌਕਾ ਦਿੱਤਾ ਸੀ ਦਿੱਲੀ ਦੇ ਵਿੱਚ, ਔਰ ਇੱਕ ਵਾਰ ਨਹੀਂ ਦੋ ਵਾਰ ਦਿੱਲੀ 'ਚ ਮੌਕਾ ਦਿੱਤਾ। ਔਰ ਸ਼ਾਇਦ ਇਹੀ ਚੀਜ਼ਾਂ ਕਿ ਉਹ ਲੋਕਾਂ ਦਾ ਭਲਾ ਸੋਚਦੇ ਆ, ਉਹ ਬੱਚਿਆਂ ਦੇ ਲਈ ਸਕੂਲਿੰਗ ਔਰ ਹੈਲਥ ਨੂੰ ਲੈ ਕੇ ਵੀ ਉਹਨਾਂ ਦਾ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ। ਤੇ ਇਹ ਚੀਜ਼ਾਂ ਲੈ ਕੇ ਜਦੋਂ ਉਹ ਪੰਜਾਬ ਵਿੱਚ ਗਏ ਤੇ ਉਹਨਾਂ ਨੇ ਕਿਹਾ ਕਿ ਜੋ ਅਸੀਂ ਦਿੱਲੀ ਵਿੱਚ ਕੀਤਾ ਹੈ ਉਹੀ ਅਸੀਂ ਪੰਜਾਬ ਵਿੱਚ ਕਰਾਂਗੇ। ਤੇ ਸ਼ਾਇਦ ਪੰਜਾਬ ਦੇ ਲੋਕਾਂ ਨੇ ਵੀ ਇਸੇ ਗੱਲ ਤੇ ਭਰੋਸਾ ਕਰਕੇ ਕਿ ਚਲੋ ਸਾਡੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਆ ਉਹਦਾ ਲੈਵਲ ਅੱਛਾ ਹੋ ਜਾਏਗਾ, ਸਾਡੇ ਜਿਹੜੇ ਹੈਲਥ ਸਿਸਟਮ ਹੈ ਉਹਦਾ ਲੈਵਲ ਅੱਛਾ ਹੋ ਜਾਏਗਾ, ਸਾਨੂੰ ਜਿਹੜੇ ਸਾਡੇ ਘਰਾਂ ਦੇ ਵਿੱਚ ਐਨੇ ਅਸੀਂ ਬਿਜਲੀ ਦੇ ਬਿੱਲ ਦਿੰਦੇ ਆ ਉਹਨਾਂ ਤੋਂ ਸਾਨੂੰ ਮੁਕਤੀ ਮਿਲ ਜਾਏਗੀ, ਪਾਣੀ ਦੇ ਬਿੱਲ ਤੋਂ ਮੁਕਤੀ ਮਿਲ ਜਾਏਗੀ। ਔਰ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੀਆਂ ਮਹਿਲਾਵਾਂ ਹੈਗੀਆਂ ਉਹਨਾਂ ਨੂੰ 1000 ਰੁਪਇਆ ਦਿੱਤਾ ਜਾਵੇਗਾ ਘਰ ਵਿੱਚ ਹਰੇਕ ਮਹਿਲਾ ਨੂੰ, ਔਰ ਉਹਨਾਂ ਦਾ ਟਰੈਵਲਿੰਗ ਜਿਹੜਾ ਆ ਉਹ ਫ੍ਰੀ ਕਰ ਦਿੱਤਾ। ਤਾਂ ਇਹ ਸਾਰੇ ਜਿਹੜੇ ਫ੍ਰੀ ਵੀਜ਼ ਦੇ ਉਹਨਾਂ ਨੇ ਚੀਜ਼ਾਂ ਦੇ ਵਾਅਦੇ ਕੀਤੇ ਸੀਗੇ, ਉਹ ਸਾਰੇ ਦੇਖ ਕੇ ਹੀ ਸ਼ਾਇਦ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਨੂੰ ਮੌਕਾ ਦਿੱਤਾ। ਹਮੇਸ਼ਾ ਹੀ ਦੇਖੋ ਇਸ ਤਰ੍ਹਾਂ ਹੁੰਦਾ ਕਿ ਲੋਕ ਜਿਹੜੇ ਇੱਕ ਪੋਲੀਟੀਕਲ ਪਾਰਟੀ ਤੋਂ ਸਤੇ ਪਏ ਹੁੰਦੇ ਆ, ਦੁਖੀ ਹੋਏ ਹੁੰਦੇ ਆ, ਤਾਂ ਹੀ ਉਹ ਦੂਸਰੀ ਪਾਰਟੀ ਨੂੰ ਮੌਕਾ ਦਿੰਦੇ ਆ। ਪਰ ਜਦੋਂ ਦੂਸਰੀ ਪਾਰਟੀ ਵੀ ਸੱਤਾ ਵਿੱਚ ਆਉਂਦੀ ਹੈ ਤਾਂ ਸੇਮ ਉਹੀ ਨਕਸ਼ੇ ਕਦਮ ਤੇ ਚੱਲਦੀ ਹੈ। ਤੇ ਇਸ ਕਰਕੇ ਲੋਕਾਂ ਨੂੰ ਹੋਰ ਵੀ ਸਤਰਕ ਹੋਣ ਦੀ ਜ਼ਰੂਰਤ ਹੈਗੀ ਆ। ਲੋਕਾਂ ਨੂੰ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਜਿਹੜੀਆਂ ਸਟੇਟਾਂ ਵਿੱਚ ਹੋ ਰਹੇ ਉਹ ਤਾਂ ਹੋ ਹੀ ਰਹੇ ਆ, ਜਿਹੜੇ ਆਉਣ ਵਾਲੇ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੈ ਖਾਸ ਕਰਕੇ ਉਹਨਾਂ ਵਿੱਚ ਬਹੁਤ ਹੀ ਸਤਰਕ ਹੋਣ ਦੀ ਜ਼ਰੂਰਤ ਹੈ। ਕਿਉਂਕਿ ਉਹਦੇ ਵਿੱਚ ਅਗਰ ਇਸ ਵਾਰ ਭਾਜਪਾ ਜਿੱਤ ਗਈ ਤੇ ਮੈਨੂੰ ਲੱਗਦਾ ਕਿ ਮੁੜ ਕੇ ਕਦੀ ਦੇਸ਼ ਵਿੱਚ ਇਲੈਕਸ਼ਨ ਹੋਣਗੇ ਨਹੀਂ, ਕਿਉਂਕਿ ਹਮੇਸ਼ਾ ਹੀ ਅਗਰ 3 ਵਾਰ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਆ ਤੇ ਜਿਵੇਂ ਉਹਨਾਂ ਦੀ ਤਾਨਾਸ਼ਾਹੀ ਪਹਿਲਾਂ ਚੱਲਦੀ ਆ ਰਹੀ ਹੈ ਤੇ ਇਹ ਹੋਰ ਵੱਧ ਜਾਵੇਗੀ। ਤਾਨਾਸ਼ਾਹੀ ਹੋਰ ਵਧਣ ਦੇ ਨਾਲ ਇਸ ਤਰ੍ਹਾਂ ਹੋ ਜਾਏਗਾ ਕਿ ਕੋਈ ਫਰਕ ਨਹੀਂ ਪਏਗਾ ਕਿ ਲੋਕਤੰਤਰ ਦੇ ਵਿੱਚ ਵੋਟਾਂ ਜ਼ਰੂਰੀ ਹੁੰਦੀਆਂ ਜਾਂ ਲੋਕਤੰਤਰ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਵੋਟਾਂ ਦੇ ਜ਼ਰੀਏ ਚੁਣ ਕੇ ਆਵੇਗੀ। ਇਹ ਸਾਰੀਆਂ ਚੀਜ਼ਾਂ ਫਿਰ ਅੱਖੋਂ ਪਰੋਖੇ ਹੀ ਹੋ ਜਾਣਗੀਆਂ। ਤਾਂ ਇਸ ਕਰਕੇ ਆਪੋਜੀਸ਼ਨ ਅਗਰ ਯੂਸੀਸੀ ਦੀ ਗੱਲ ਕਰੀਏ ਕਿ ਜੀ ਯੂਸੀਸੀ ਵਾਕਈ ਹੋਂਦ 'ਚ ਲਿਆਇਆ ਜਾ ਸਕਦਾ, ਕਿਵੇਂ ਦੇਖਦੇ ਹੋ? ਜਾਂਦੇ ਜਾਂਦੇ ਜ਼ਰੂਰ ਦੱਸੋ। ਦੇਖੋ ਅਗਰ ਪੂਰੇ ਸਾਨੂੰ ਅਸੀਂ ਮਤਲਬ ਆਪਣੇ ਧਾਰਮਿਕ ਗੁਰੂਆਂ ਨੂੰ, ਰਾਜਨੀਤਿਕ ਦਲਾਂ ਨੂੰ ਔਰ ਖਾਸ ਕਰ ਆਪਣੇ ਵੋਟਰਾਂ ਨੂੰ, ਆਪਣੇ ਨਾਗਰਿਕਾਂ ਨੂੰ ਇਨਵੋਲਵ ਕਰਕੇ ਇਸ ਗੱਲ ਤੇ ਡਿਸੀਜਨ ਕਰੀਏ, ਇਸ ਗੱਲ ਤੇ ਸੋਚੀਏ ਔਰ ਸਾਡੀ ਜਿਹੜਾ ਲਾਅ ਦੇ ਹਿਸਾਬ ਨਾਲ ਚੱਲਿਆ ਜਾਵੇ, ਸੰਵਿਧਾਨ ਦੇ ਹਿਸਾਬ ਨਾਲ ਚੱਲਿਆ ਜਾਵੇ ਔਰ ਫਿਰ ਕੋਈ ਫੈਸਲਾ ਕੀਤਾ ਜਾਵੇ, ਤਾਂ ਫਿਰ ਹੋ ਸਕਦਾ ਕਿ ਕਿਉਂਕਿ ਸਾਰੇ ਇਨਵੋਲਵ ਹੋਣਗੇ ਤਾਂ ਨਿਰਸੰਦੇਹ ਉਹਦੇ ਵਿੱਚ ਕਿਸੇ ਨੂੰ ਹਰਟ ਕਰਨ ਵਾਲੀ, ਕਿਸੇ ਦੇ ਅਗੇਂਸਟ, ਕਿਸੇ ਧਰਮ ਦੇ ਅਗੇਂਸਟ ਜਾਣ ਵਾਲੀ ਕੋਈ ਗੱਲ ਨਹੀਂ ਰਹੇਗੀ। ਤਾਂ ਹੋ ਸਕਦਾ ਕਿ ਲੋਕਾਂ ਦੇ ਭਲੇ ਵਾਸਤੇ ਅਗਰ ਇਹਨੂੰ ਲਾਗੂ ਕੀਤਾ ਜਾਂਦਾ ਤਾਂ ਲੋਕਾਂ ਦੇ ਭਲੇ ਵਾਸਤੇ ਹੋਵੇ। ਪਰ ਅਗਰ ਇਹਦੇ ਵਿੱਚ ਕਿਸੇ ਵੀ ਪੋਲੀਟੀਕਲ ਦਲ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ, ਕਿਸੇ ਵੀ ਧਰਮ ਵਿਸ਼ੇਸ਼ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ, ਕਿਸੇ ਵੀ ਧਾਰਮਿਕ ਗੁਰੂ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ ਔਰ ਖਾਸ ਕਰਕੇ ਵੋਟਰ ਨੂੰ ਵੀ ਇਨਵੋਲਵ ਨਹੀਂ ਕੀਤਾ ਜਾਂਦਾ,
ਔਰ ਆਪਣੀ ਮਰਜ਼ੀ ਨਾਲ ਸਾਡੀ ਜਿਹੜੀ ਸੱਤਾਧਾਰੀ ਪਾਰਟੀ ਆ ਇਹਨੂੰ ਲਾਗੂ ਕਰ ਦਿੰਦੀ ਆ। ਕਿਉਂਕਿ ਦੇਖੋ ਸੱਤਾਧਾਰੀ ਪਾਰਟੀ ਜੋ ਸੁਰਿੰਦਰ ਜੀ ਚਾਹੁੰਦੀ ਆ ਉਹ ਤੇ ਕਰਕੇ ਹੀ ਰਹਿੰਦੀ ਆ, ਚਾਹੇ ਜਿਵੇਂ ਵੀ ਕਰਨ। ਤੇ ਇਹ ਜ਼ਰੂਰੀ ਨਹੀਂ ਹੈ ਕਿ ਅਗਰ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਉਹ ਯੂਸੀਸੀ ਨੂੰ ਲਿਆਣਗੇ ਤੇ ਉਹ ਇਹਦੇ ਵਿੱਚ ਥੋੜੇ ਕੱਚੇ ਆ। ਉਹਨਾਂ ਨੇ ਆਲਰੇਡੀ ਮਨ ਬਣਾਇਆ ਹੋਇਆ, ਉਹਨਾਂ ਨੇ ਇਹ ਲੈ ਕੇ ਆਣਾ, ਇਹ ਹਕੀਕਤ ਹੈ। ਔਰ ਇਹਦੇ ਤੋਂ ਅਸੀਂ ਅੱਖਾਂ ਮੀਚ ਕੇ ਇਹ ਨਹੀਂ ਕਹਿ ਸਕਦੇ ਕਿ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ। ਦੇਖੋ ਇਹ ਤੇ ਪੱਕੀ ਗੱਲ ਹੈ ਕਿ ਉਹਨਾਂ ਨੇ ਡਿਸੀਜਨ ਲਿਆ ਹੈ ਤੇ ਉਹਨਾਂ ਨੇ ਇਹ ਚੀਜ਼ ਕਰਨੀ ਹੀ ਹੈ। ਪਰ ਹਾਂ, ਲੋਕ ਇਸ ਚੀਜ਼ ਦਾ ਵਿਰੋਧ ਕਰ ਸਕਦੇ ਆ, ਆਪੋਜੀਸ਼ਨ ਇਸ ਚੀਜ਼ ਦਾ ਵਿਰੋਧ ਕਰ ਸਕਦੇ ਆ, ਕਿਉਂਕਿ ਇਹ ਸਾਡਾ ਅਧਿਕਾਰ ਹੈ ਕਿ ਅਸੀਂ ਕਿ ਕੋਈ ਵੀ ਸਾਨੂੰ ਗੱਲ ਅਗਰ ਸਰਕਾਰ ਦੀ ਚੰਗੀ ਨਹੀਂ ਲੱਗਦੀ ਤੇ ਅਸੀਂ ਚਾਹੇ ਉਹ ਸੰਸਦ ਹੋਵੇ, ਚਾਹੇ ਉਹ ਮੀਡੀਆ ਹੋਵੇ, ਚਾਹੇ ਉਹ ਸਾਡੀ ਆਪਣੀ ਸਟੇਟਮੈਂਟਸ ਹੋਣ, ਅਸੀਂ ਕਿਸੇ ਵੀ ਤਰ੍ਹਾਂ ਇੱਕ ਲੋਕਤੰਤਰ ਸਾਨੂੰ, ਇੱਕ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਕਿ ਅਸੀਂ ਉਸ ਚੀਜ਼ ਦਾ ਵਿਰੋਧ ਕਰ ਸਕਦੇ ਹਾਂ। ਔਰ ਅਗਰ ਕਿਸੇ ਧਰਮ ਵਿਸ਼ੇਸ਼ ਨੂੰ ਇਸ ਤਰ੍ਹਾਂ ਲੱਗ ਰਿਹਾ, ਕਿਸੇ ਜਾਤੀ ਕਿਸੇ ਵਰਗ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਯੂਸੀਸੀ ਉਹਨਾਂ ਦੇ ਖਿਲਾਫ ਹੈਗਾ, ਤੇ ਉਹਨਾਂ ਨੂੰ ਜ਼ਰੂਰ ਅੱਜ ਆਪਣੀ ਇੱਕ ਆਵਾਜ਼ ਦੇ ਵਿੱਚ, ਆਪਣੀ ਬੁਲੰਦ ਆਵਾਜ਼ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ। ਕਿਉਂਕਿ ਅਗਰ ਇਹ ਆ ਜਾਂਦਾ ਹੈ ਔਰ ਬਿਨਾਂ ਲੋਕਾਂ ਦੀ ਇਨਵੋਲਵਮੈਂਟ ਤੋਂ ਆ ਜਾਂਦਾ ਤਾਂ ਸ਼ਾਇਦ ਇਹ ਠੀਕ ਨਹੀਂ ਹੋਵੇਗਾ। ਬਿਲਕੁਲ ਅਮਨ ਜੀ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਖੈਰ, ਹੁਣ ਯੂਸੀਸੀ ਤੇ ਹੋਰ ਕਿੰਨੀ ਕੁ ਅੱਗੇ ਸਿਆਸਤ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕੀ ਯੂਸੀਸੀ ਵਾਕਈ ਭਾਜਪਾ ਸਰਕਾਰ ਹੋਂਦ 'ਚ ਲਿਆਏਗੀ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਖੈਰ, ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।